ਸਵਾਗਤ ਹੈ ਜੀ ਇੱਕ ਹੋਰ ਕਹਾਣੀ ਵਿੱਚ। ਮੇਰੀ ਗੁਆਂਢਣ ਬਹੁਤ ਸੋਹਣੀ ਤੇ ਜਵਾਨ ਸੀ ਤੇ ਇੱਕ ਦਿਨ ਉਹ ਆਪਣੀ ਧੀ ਨੂੰ ਸਾਡੇ ਘਰ ਛੱਡ ਕੇ ਚਲੀ ਗਈ। ਉਸਨੇ ਕਿਸੇ ਦੂਜੇ ਸ਼ਹਿਰ ਕੰਮ ਦੇ ਲਈ ਜਾਣਾ ਸੀ। ਉਸ ਦੀ ਧੀ ਬਹੁਤ ਹੀ ਜ਼ਿਆਦਾ ਸੋਹਣੀ ਸੀ। ਉਸ ਨੂੰ ਦੇਖ ਕੇ ਮੇਰੀ ਨੀਅਤ ਬਦਲ ਗਈ। ਇੱਕ ਰਾਤ ਮੇਰੀ ਪਤਨੀ ਦੀ ਤਬੀਅਤ ਖਰਾਬ ਹੋ ਗਈ ਤੇ ਉਸ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ। ਮੌਕਾ ਦੇਖ ਕੇ ਮੈਂ ਘਰ ਆ ਗਿਆ ਤੇ ਉਸ ਕੁੜੀ ਨੂੰ ਆਪਣੇ ਕਮਰੇ ਵਿੱਚ ਲੈ ਗਿਆ। ਇਹ ਦੇਖ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਕਿ ਉਸ ਕੁੜੀ ਨੇ ਮੇਰੇ ਸਾਹਮਣੇ ਸਾਡੀ ਗੁਆਂਢਣ ਸਾਡੇ ਘਰ ਦੀ ਪਿਛਲੀ ਗਲੀ ਵਿੱਚ ਰਹਿੰਦੀ ਸੀ ਤੇ ਉਸ ਦਾ ਮੇਰੀ ਪਤਨੀ ਨਾਲ ਵਧੀਆ ਆਉਣਾ ਜਾਣਾ ਸੀ। ਇੱਕ ਦਿਨ ਉਸ ਨੂੰ ਕਿਸੇ ਕੰਮ ਲਈ ਦੂਜੇ ਸ਼ਹਿਰ ਜਾਣਾ ਪਿਆ ਤਾਂ ਆਪਣੀ ਧੀ ਨੂੰ ਸਾਡੇ ਘਰ ਛੱਡ ਗਈ। ਉਸ ਦੀ ਧੀ ਬਹੁਤ ਗੋਰੀ ਤੇ ਸੋਹਣੀ ਸੀ। ਕਿਸੇ ਗਰੀਬ ਦਾ ਸੋਹਣਾ ਹੋਣਾ ਬਹੁਤ ਹੀ ਖੁਸ਼ਕਿਸਮਤ ਵਾਲੀ ਗੱਲ ਸੀ। ਮੈਂ ਉਸ ਦੀ ਸੁੰਦਰਤਾ ਨੂੰ ਦੇਖ ਕੇ ਪੂਰੀ ਤਰ੍ਹਾਂ ਪਾਗਲ ਹੋ ਗਿਆ ਸੀ। ਮੈਂ ਇੱਕ ਰਾਤ ਆਪਣੀ ਪਤਨੀ ਦੇ ਦੁੱਧ ਦੇ ਗਲਾਸ ਵਿੱਚ ਨੀਂਦ ਦੀਆਂ ਗੋਲੀਆਂ ਮਿਲਾ ਦਿੱਤੀਆਂ ਤੇ ਫਿਰ ਉਸ ਨੂੰ ਦੁੱਧ ਦਾ ਗਲਾਸ ਪੀਣ ਲਈ ਦੇ ਦਿੱਤਾ, ਜਿਸ ਨੂੰ ਪੀ ਕੇ ਉਹ ਗੂੜੀ ਨੀਂਦ ਵਿੱਚ ਸੌਂ ਗਈ। ਮੈਂ ਉੱਠ ਕੇ ਉਸ ਕੁੜੀ ਦੇ ਕਮਰੇ ਵਿੱਚ ਆ ਗਿਆ ਤੇ ਫਿਰ ਮੈਂ ਉਸ ਕੁੜੀ ਨਾਲ ਜੋ ਕੀਤਾ। ਸੋਹਣੀ ਔਰਤ ਹਮੇਸ਼ਾ ਮਰਦ ਦੀ ਕਮਜ਼ੋਰੀ ਹੁੰਦੀ ਹੈ, ਜੋ ਨਾ ਚਾਹੁੰਦੇ ਹੋਏ ਵੀ ਉਸ ਵੱਲ ਖਿੱਚਿਆ ਚਲਾ ਜਾਂਦਾ ਹੈ। ਤੇ ਫਿਰ ਖੂਬਸੂਰਤ ਕੁੜੀਆਂ ਦੀ ਗੱਲ ਕੁਝ ਵੱਖਰੀ ਹੁੰਦੀ ਹੈ। ਔਰਤਾਂ ਬਹੁਤ ਖੂਬਸੂਰਤ ਤੇ ਆਕਰਸ਼ਕ ਹੁੰਦੀਆਂ ਹਨ ਤੇ ਮਰਦ ਵੀ ਆਪਣੇ ਆਪ ਉਹਨਾਂ ਵੱਲ ਵਧਣ ਲੱਗਦੇ ਹਨ। ਮੇਰੇ ਨਾਲ ਵੀ ਕੁਝ ਅਜਿਹਾ ਹੀ ਹੋਇਆ ਸੀ। ਸਾਡੀ ਗੁਆਂਢਣ ਨੂੰ ਅਚਾਨਕ ਕਿਸੇ ਹੋਰ ਸ਼ਹਿਰ ਜਾਣਾ ਪਿਆ ਸੀ। ਉਸ ਦੀ ਧੀ ਦੇ ਸਕੂਲ ਵਿੱਚ ਪੇਪਰ ਚੱਲ ਰਹੇ ਸਨ। ਇਸ ਲਈ ਜਾਣ ਵੇਲੇ ਉਹ ਆਪਣੀ ਧੀ ਨੂੰ ਮੇਰੀ ਪਤਨੀ ਕੋਲ ਸਾਡੇ ਘਰ ਛੱਡ ਗਈ। ਉਸ ਦੀ 16 ਸਾਲ ਦੀ ਧੀ, ਜਿਸ ਦਾ ਨਾਮ ਰਮੋਲਾ ਸੀ, ਉਸ ਨੂੰ ਦੇਖ ਕੇ ਮੇਰੇ ਅੰਦਰ ਹਲਚਲ ਪੈਦਾ ਹੋ ਗਈ। ਜਦੋਂ ਵੀ ਮੈਂ ਘਰ ਆਉਂਦਾ ਤਾਂ ਉਹ ਮੇਰੇ ਅੱਗੇ ਪਿੱਛੇ ਹੁੰਦੀ ਸੀ। ਮੈਨੂੰ ਕਦੇ ਪਾਣੀ ਪਿਲਾਉਂਦੀ ਤੇ ਕਦੇ ਮੇਰੇ ਕੋਲ ਬੈਠ ਕੇ ਮੇਰੇ ਨਾਲ ਗੱਲ ਕਰਦੀ। ਉਸ ਦੇ ਇਸ ਤਰੀਕੇ ਨੇ ਮੈਨੂੰ ਬਹੁਤ ਪਰੇਸ਼ਾਨ ਕੀਤਾ ਸੀ। ਫਿਰ ਉਸ ਦੇ ਤਰੀਕੇ ਨੇ ਮੈਨੂੰ ਪਾਗਲ ਕਰ ਦਿੱਤਾ ਤੇ ਮੈਂ ਉਸ ਨੂੰ ਪਾਉਣ ਦੇ ਤਰੀਕੇ ਬਣਾਉਣ ਲੱਗ ਪਿਆ ਸੀ। ਉਸ ਨੂੰ ਇੱਥੇ ਆਈ ਨੂੰ ਸਿਰਫ ਇੱਕ ਦਿਨ ਹੋਇਆ ਸੀ ਤੇ ਉਹ ਸਾਡੇ ਸਾਰਿਆਂ ਨਾਲ ਚੰਗੀ ਤਰ੍ਹਾਂ ਘੁਲ ਮਿਲ ਗਈ ਸੀ। ਉਹ ਮੈਨੂੰ ਅੰਕਲ ਅੰਕਲ ਕਹਿੰਦੇ ਕਦੇ ਨਾ ਥੱਕਦੀ ਸੀ, ਜਿਵੇਂ ਉਹ ਸਾਡੇ ਘਰ ਕਦੋਂ ਦੀ ਰਹਿ ਰਹੀ ਹੋਵੇ। ਮੈਂ ਵੀ ਉਸ ਨੂੰ ਬਹੁਤ ਪਿਆਰ ਨਾਲ ਆਪਣੇ ਘਰ ਰੱਖ ਲਿਆ ਸੀ। ਉਸ ਦੀ ਖੂਬਸੂਰਤੀ ਨੇ ਮੈਨੂੰ ਪਾਗਲ ਕਰ ਦਿੱਤਾ ਸੀ। ਮੈਂ ਇੰਨੀ ਸੋਹਣੀ ਕੁੜੀ ਕਦੇ ਨਹੀਂ ਦੇਖੀ ਸੀ। ਸੁੰਦਰ ਹੋਣ ਦੇ ਨਾਲ ਨਾਲ ਉਹ ਬਹੁਤ ਸਮਝਦਾਰ ਕੁੜੀ ਵੀ ਸੀ। ਉਸਨੇ ਆਉਂਦਿਆਂ ਹੀ ਸਾਰੇ ਘਰ ਨੂੰ ਸੰਭਾਲ ਲਿਆ ਸੀ। ਸਾਡੇ ਘਰ ਵਿੱਚ ਮੇਰੇ ਤੇ ਮੇਰੀ ਪਤਨੀ ਤੋਂ ਇਲਾਵਾ ਹੋਰ ਕੋਈ ਨਹੀਂ ਸੀ। ਜਦੋਂ ਉਹ ਆਉਂਦੀ ਤਾਂ ਮੇਰੀ ਪਤਨੀ ਬਹੁਤ ਖੁਸ਼ ਹੁੰਦੀ, ਕਿਉਂਕਿ ਉਸ ਨੂੰ ਵੀ ਕਿਸੇ ਦਾ ਸਾਥ ਮਿਲ ਜਾਂਦਾ ਸੀ ਤੇ ਉਹ ਦੋਵੇਂ ਮਿਲ ਕੇ ਘਰ ਦਾ ਕੰਮ ਬੜੀ ਆਸਾਨੀ ਨਾਲ ਕਰ ਲੈਂਦੀਆਂ ਸੀ। ਤੇ ਮੇਰੀ ਪੂਰੀ ਨਜ਼ਰ ਰਮੋਲਾ ਦੀ ਖੂਬਸੂਰਤੀ ਤੇ ਟਿਕੀ ਹੋਈ ਸੀ। ਇੱਕ ਦਿਨ ਮੈਂ ਰਮੋਲਾ ਨੂੰ ਚਾਹ ਲਿਆਉਣ ਲਈ ਕਿਹਾ ਤਾਂ ਉਹ ਜਲਦੀ ਉੱਠ ਕੇ ਰਸੋਈ ਵਿੱਚ ਚਾਹ ਬਣਾਉਣ ਲਈ ਚਲੀ ਗਈ। ਉਸ ਸਮੇਂ ਮੇਰੀ ਪਤਨੀ ਛੱਤ ਤੇ ਕਣਕ ਸੁਕਾ ਰਹੀ ਸੀ। ਮੈਂ ਉਸ ਮੌਕੇ ਦਾ ਫਾਇਦਾ ਚੁੱਕਦੇ ਉਸ ਨੂੰ ਆਪਣੇ ਨੇੜੇ ਬਿਠਾ ਲਿਆ ਤੇ ਫਿਰ ਉਸ ਦੀ ਖੂਬਸੂਰਤੀ ਨੂੰ ਇਸ ਤਰ੍ਹਾਂ ਦੇਖਣ ਲੱਗਾ ਕਿ ਮੈਨੂੰ ਅਹਿਸਾਸ ਹੀ ਨਹੀਂ ਹੋਇਆ ਕਿ ਮੈਂ ਉਸ ਦੇ ਪਿਆਰ ਵਿੱਚ ਇੰਨਾ ਗਵਾਚ ਗਿਆ ਹਾਂ ਕਿ ਉਹ ਮੈਨੂੰ ਇਸ ਤਰ੍ਹਾਂ ਦੇਖਣ ਲੱਗ ਪਈ ਹੈ। ਪਰ ਮੈਂ ਉਸ ਨੂੰ ਕਿਹਾ ਕਿ ਅੱਜ ਸ਼ਾਮ ਨੂੰ ਮੈਂ ਉਸ ਨੂੰ ਆਪਣੇ ਨਾਲ ਆਈਸਕ੍ਰੀਮ ਲਈ ਲੈ ਕੇ ਜਾਵਾਂਗਾ। ਇਹ ਸੁਣ ਕੇ ਉਹ ਬਹੁਤ ਖੁਸ਼ ਹੋ ਗਈ ਤੇ ਮੈਂ ਉਸ ਦਾ ਹੱਥ ਫੜ ਲਿਆ। ਆਈਸਕ੍ਰੀਮ ਖਾਣ ਦੇ ਨਾਂ ਤੇ ਉਹ ਇਸ ਤਰ੍ਹਾਂ ਖੁਸ਼ ਹੋ ਗਈ ਜਿਵੇਂ ਉਸ ਨੂੰ ਕੋਈ ਵੱਡੀ ਚੀਜ਼ ਮਿਲ ਗਈ ਹੋਵੇ। ਮੈਨੂੰ ਪਤਾ ਸੀ ਕਿ ਸਾਡੀ ਗੁਆਂਢਣ ਸ਼ਾਲਿਨੀ ਬਹੁਤ ਗਰੀਬ ਤੇ ਵਿਧਵਾ ਔਰਤ ਹੈ ਤੇ ਇਹ ਲੋਕ ਜ਼ਿੰਦਗੀ ਦੀਆਂ ਛੋਟੀਆਂ-ਛੋਟੀਆਂ ਚੀਜ਼ਾਂ ਲਈ ਤਰਸਦੇ ਹਨ। ਮੈਂ ਇਸ ਦਾ ਫਾਇਦਾ ਉਠਾਉਣਾ ਚਾਹੁੰਦਾ ਸੀ। ਥੋੜੀ ਦੇਰ ਬਾਅਦ ਉਹ ਉੱਠ ਕੇ ਚਲੀ ਗਈ ਤੇ ਮੈਂ ਡੂੰਘਾ ਸਾਹ ਲੈ ਲਿਆ ਤੇ ਅੱਗੇ ਲਈ ਆਪਣਾ ਵਿਚਾਰ ਤਿਆਰ ਕਰ ਲਿਆ ਸੀ। ਰਮੋਲਾ ਹਰੇ ਰੰਗ ਦਾ ਸੂਟ ਪਾ ਕੇ ਮੇਰੀ ਪਤਨੀ ਦੀ ਮਦਦ ਕਰ ਰਹੀ ਸੀ ਤੇ ਉਹ ਇਸ ਵਿੱਚ ਹੋਰ ਵੀ ਖੂਬਸੂਰਤ ਲੱਗ ਰਹੀ ਸੀ। ਉਹ ਮੇਰੀ ਘਰਵਾਲੀ ਨਾਲੋਂ ਵੱਧ ਸੋਹਣੀ ਲੱਗ ਰਹੀ ਸੀ ਤੇ ਮੈਂ ਲੁਕ ਛਿਪ ਕੇ ਉਸ ਵੱਲ ਦੇਖ ਰਿਹਾ ਸੀ। ਉਹ ਕਦੇ-ਕਦੇ ਮੇਰੇ ਵੱਲ ਦੇਖਦੀ ਤੇ ਮੁਸਕਰਾਉਂਦੀ। ਮੇਰੀ ਪਤਨੀ ਖਾਣਾ ਬਣਾਉਣ ਵਿੱਚ ਰੁੱਝੀ ਹੋਈ ਸੀ ਤੇ ਮੈਂ ਰਮੋਲਾ ਨੂੰ ਦੇਖਣ ਵਿੱਚ ਰੁੱਝਿਆ ਹੋਇਆ ਸੀ। ਇੱਕ ਦਿਨ ਅਚਾਨਕ ਮੇਰੀ ਪਤਨੀ ਦੀ ਤਬੀਅਤ ਖਰਾਬ ਹੋ ਗਈ ਤੇ ਮੈਂ ਉਸ ਨੂੰ ਹਸਪਤਾਲ ਲੈ ਗਿਆ। ਡਾਕਟਰ ਨੇ ਚੈੱਕਅਪ ਕਰਕੇ ਕਿਹਾ ਕਿ ਕੁਝ ਦਿਨ ਹਸਪਤਾਲ ਰਹਿਣਾ ਪਵੇਗਾ। ਮੈਂ ਇਹ ਸੋਚ ਕੇ ਖੁਸ਼ ਹੋ ਰਿਹਾ ਸੀ ਕਿ ਮੈਨੂੰ ਰਮੋਲਾ ਨਾਲ ਸਮਾਂ ਬਿਤਾਉਣ ਦਾ ਵਕਤ ਮਿਲ ਜਾਵੇਗਾ, ਪਰ ਡਾਕਟਰ ਨੇ ਮੈਨੂੰ ਘਰ ਨਾ ਆਉਣ ਦਿੱਤਾ ਤਾਂ ਮੇਰੀ ਇੱਛਾ ਪੂਰੀ ਨਾ ਹੋ ਸਕੀ।
ਅਗਲੇ ਦਿਨ ਮੈਂ ਨਾਸ਼ਤਾ ਕਰਨ ਲਈ ਜਦੋਂ ਘਰ ਗਿਆ ਤਾਂ ਉਸਨੇ ਬਹੁਤ ਪਿਆਰ ਨਾਲ ਮੈਨੂੰ ਬੁਲਾਇਆ ਤੇ ਫਿਰ ਰਸੋਈ ਵਿੱਚ ਜਾ ਕੇ ਨਾਸ਼ਤਾ ਬਣਾਉਣ ਲੱਗ ਪਈ ਤੇ ਮੇਰੇ ਸਾਹਮਣੇ ਚੁੰਨੀ ਦੇ ਬਿਨਾਂ ਬੇਝਿਜਕ ਘੁੰਮ ਰਹੀ ਸੀ। ਉਹ ਵਾਰ-ਵਾਰ ਮੇਰੇ ਕਰੀਬ ਆਉਣ ਦੀ ਕੋਸ਼ਿਸ਼ ਕਰ ਰਹੀ ਸੀ। ਫਿਰ ਮੈਂ ਵੀ ਆਪਣੇ ਹੋਸ਼ ਗਵਾਉਣ ਲੱਗਾ। ਫਿਰ ਕਹਿਣ ਲੱਗੀ, ਮੈਂ ਆਂਟੀ ਦੀ ਅਲਮਾਰੀ ਖੋਲ ਕੇ ਦੇਖ ਸਕਦੀ ਹਾਂ? ਮੈਂ ਕਿਹਾ, ਇਸ ਵਿੱਚ ਪੁੱਛਣ ਵਾਲੀ ਕਿਹੜੀ ਗੱਲ ਹੈ? ਤੇ ਫਿਰ ਅਲਮਾਰੀ ਖੋਲ ਕੇ ਮੇਰੀ ਪਤਨੀ ਦੇ ਸਾਰੇ ਸੂਟ ਮੇਰੇ ਸਾਹਮਣੇ ਰੱਖ ਦਿੱਤੇ ਤੇ ਕਹਿਣ ਲੱਗੀ, ਤੁਹਾਨੂੰ ਇਹਨਾਂ ਵਿੱਚੋਂ ਕਿਹੜਾ ਸੂਟ ਪਸੰਦ ਹੈ? ਮੈਂ ਲਾਲ ਰੰਗ ਦੇ ਸੂਟ ਤੇ ਹੱਥ ਰੱਖ ਦਿੱਤਾ ਤੇ ਕਿਹਾ, ਤੇਰੀ ਆਂਟੀ ਦੇ ਇਹ ਸੂਟ ਪਾਇਆ ਬਹੁਤ ਸੋਹਣਾ ਲੱਗਦਾ ਹੈ। ਤੇ ਫਿਰ ਉਹ ਸੂਟ ਲੈ ਕੇ ਕਮਰੇ ਵਿੱਚੋਂ ਬਾਹਰ ਚਲੀ ਗਈ ਤੇ ਜਦੋਂ ਵਾਪਸ ਆਈ ਤਾਂ ਆਪਣੀ ਆਂਟੀ ਨਾਲੋਂ ਵੀ ਜ਼ਿਆਦਾ ਸੋਹਣੀ ਲੱਗ ਰਹੀ ਸੀ। ਫਿਰ ਮੇਰੇ ਸਾਹਮਣੇ ਖੜ ਕੇ ਪੁੱਛਣ ਲੱਗੀ, ਇਹ ਸੂਟ ਮੇਰੇ ਪਹਿਨਿਆਂ ਜ਼ਿਆਦਾ ਸੋਹਣਾ ਲੱਗਦਾ ਹੈ ਜਾਂ ਆਂਟੀ ਦੇ? ਮੈਂ ਸੋਚ ਵੀ ਨਹੀਂ ਸਕਦਾ ਸੀ ਕਿ 16 ਸਾਲ ਦੀ ਕੁੜੀ ਇੰਨੀ ਸੋਹਣੀ ਹੋ ਸਕਦੀ ਹੈ। ਜਿਵੇਂ ਹੀ ਮੈਂ ਉਸ ਦੇ ਨੇੜੇ ਗਿਆ ਤਾਂ ਮੇਰੇ ਫੋਨ ਦੀ ਘੰਟੀ ਵੱਜਣ ਲੱਗੀ। ਮੈਂ ਫੋਨ ਉਠਾਇਆ ਤਾਂ ਡਾਕਟਰ ਨੇ ਮੈਨੂੰ ਜਲਦੀ ਹਸਪਤਾਲ ਆਉਣ ਲਈ ਕਿਹਾ। ਮੈਂ ਫਿਰ ਤੁਰੰਤ ਹਸਪਤਾਲ ਪਹੁੰਚ ਗਿਆ। ਉੱਥੇ ਪਹੁੰਚ ਕੇ ਮੈਨੂੰ ਪਤਾ ਲੱਗਾ ਕਿ ਮੇਰੀ ਪਤਨੀ ਦੀ ਤਬੀਅਤ ਪਹਿਲਾਂ ਨਾਲੋਂ ਜ਼ਿਆਦਾ ਖਰਾਬ ਹੋ ਗਈ ਹੈ। ਇਹ ਸੁਣ ਕੇ ਮੈਂ ਪਰੇਸ਼ਾਨ ਹੋ ਗਿਆ, ਪਰ ਡਾਕਟਰ ਉਸ ਨੂੰ ਠੀਕ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਸੀ। ਸ਼ਾਮ ਤੱਕ ਮੇਰੀ ਪਤਨੀ ਪਹਿਲਾਂ ਨਾਲੋਂ ਕੁਝ ਠੀਕ ਹੋ ਗਈ ਤਾਂ ਡਾਕਟਰ ਨੇ ਛੁੱਟੀ ਦੇ ਦਿੱਤੀ ਤੇ ਮੈਂ ਆਪਣੀ ਪਤਨੀ ਨੂੰ ਲੈ ਕੇ ਘਰ ਆ ਗਿਆ। ਮੇਰੀ ਪਤਨੀ ਨੂੰ ਦੇਖ ਕੇ ਰਮੋਲਾ ਦਾ ਚਿਹਰਾ ਉਤਰ ਗਿਆ। ਉਸਨੇ ਆਪਣੀ ਆਂਟੀ ਵੱਲ ਅਜੀਬ ਨਜ਼ਰ ਨਾਲ ਵੇਖਿਆ ਤੇ ਫਿਰ ਆਪਣੇ ਕਮਰੇ ਵਿੱਚ ਚਲੀ ਗਈ। ਮੈਂ ਆਪਣੀ ਪਤਨੀ ਨੂੰ ਕਮਰੇ ਵਿੱਚ ਲਿਜਾ ਕੇ ਲਟਾ ਦਿੱਤਾ। ਮੈਂ ਥੋੜਾ ਫਿਕਰਮੰਦ ਹੋ ਗਿਆ। ਮੈਂ ਰਮੋਲਾ ਨੂੰ ਉਸਦੀ ਆਂਟੀ ਕੋਲ ਜਾਂਦੇ ਦੇਖਿਆ ਸੀ। ਮੈਨੂੰ ਪਤਾ ਸੀ ਕਿ ਉਹ ਆਪਣੀ ਆਂਟੀ ਨੂੰ ਅਜਿਹੀ ਗੱਲ ਨਹੀਂ ਕਹੇਗੀ। ਮੈਂ ਬਹੁਤ ਖੁਸ਼ ਸੀ। ਰਮੋਲਾ ਨਾਲ ਬਿਤਾਏ ਕੁਝ ਪਲ ਮੈਨੂੰ ਅਥਾਹ ਖੁਸ਼ੀ ਦੇ ਰਹੇ ਸਨ, ਪਰ ਉਸ ਤੋਂ ਬਾਅਦ ਜੋ ਕੁਝ ਵੀ ਹੋਇਆ ਉਸ ਨਾਲ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮੈਂ ਤੇ ਮੇਰੀ ਪਤਨੀ ਕਾਫੀ ਸਮੇਂ ਤੋਂ ਉਸ ਘਰ ਵਿੱਚ ਰਹਿ ਰਹੇ ਸੀ ਤੇ ਸਾਡੀ ਗਵਾਂਢਣ ਸ਼ਾਲਨੀ ਸਾਨੂੰ ਕਈ ਸਾਲਾਂ ਤੋਂ ਜਾਣਦੀ ਸੀ। ਉਹ ਇੱਕ ਗਰੀਬ ਵਿਧਵਾ ਔਰਤ ਸੀ। ਮੇਰੀ ਪਤਨੀ ਅਕਸਰ ਉਸ ਦੀ ਮਦਦ ਲਈ ਪੈਸੇ ਦਿੰਦੀ ਸੀ, ਪਰ ਮੈਂ ਕਹਿ ਦਿੰਦਾ ਕਿ ਕਦੋਂ ਤੱਕ ਉਸ ਦੀ ਮਦਦ ਕਰਾਂਗੇ, ਕਿਉਂਕਿ ਉਹਨਾਂ ਦੀਆਂ ਮੁਸ਼ਕਲਾਂ ਖਤਮ ਨਹੀਂ ਹੋਣ ਵਾਲੀਆਂ ਸੀ। ਮੇਰੀ ਪਤਨੀ ਮੈਨੂੰ ਕਹਿੰਦੀ ਸੀ ਕਿ ਤੁਹਾਡੇ ਕੋਲ ਸਭ ਕੁਝ ਹੈ, ਜੇ ਤੁਸੀਂ ਉਹਨਾਂ ਦੀ ਥੋੜੀ ਜਿਹੀ ਮਦਦ ਕਰੋਗੇ ਤਾਂ ਤੁਹਾਡਾ ਕੀ ਜਾਵੇਗਾ। ਮੈਂ ਮਨਮਰਜ਼ੀ ਵਾਲਾ ਬੰਦਾ ਸੀ। ਮੈਨੂੰ ਵਿਧਵਾ ਔਰਤ ਤੇ ਅਨਾਥ ਲੜਕੀ ਨਾਲ ਕੋਈ ਹਮਦਰਦੀ ਨਹੀਂ ਸੀ। ਫਿਰ ਸਾਡੀ ਗੁਆਂਢਣ ਸ਼ਾਲਨੀ ਆਪਣੀ 16 ਸਾਲ ਦੀ ਧੀ ਰਮੋਲਾ ਨਾਲ ਮਜਬੂਰੀ ਵਿੱਚ ਸਾਡੇ ਘਰ ਆਈ। ਉਸ ਦੀ ਤਬੀਅਤ ਬਹੁਤ ਖਰਾਬ ਸੀ ਤੇ ਉਸ ਨੂੰ ਕੁਝ ਪੈਸਿਆਂ ਦੀ ਲੋੜ ਸੀ ਤਾਂ ਜੋ ਆਪਣਾ ਇਲਾਜ ਕਰਵਾ ਸਕੇ। ਪਰ ਮੈਂ ਆਪਣੀ ਪਤਨੀ ਨੂੰ ਝਿੜਕਦਿਆਂ ਕਿਹਾ ਕਿ ਤੁਸੀਂ ਇਹਨਾਂ ਗਰੀਬਾਂ ਨੂੰ ਆਪਣੇ ਸਿਰ ਤੇ ਚੜਾ ਰੱਖਿਆ ਹੈ। ਜਦੋਂ ਵੀ ਇਹਨਾਂ ਨੂੰ ਲੋੜ ਹੁੰਦੀ ਹੈ ਸਾਡੇ ਘਰ ਪੈਸੇ ਮੰਗਣ ਆ ਜਾਂਦੀਆਂ ਹਨ। ਅਸੀਂ ਕੋਈ ਲੰਗਰ ਤਾਂ ਨਹੀਂ ਖੋਲ੍ਹਿਆ ਹੋਇਆ ਹੈ। ਮੇਰੀ ਪਤਨੀ ਕੋਲ ਜਿਹੜੇ ਥੋੜੇ ਬਹੁਤੇ ਪੈਸੇ ਸੀ ਉਹ ਉਸਨੇ ਸ਼ਾਲਿਨੀ ਨੂੰ ਦੇ ਦਿੱਤੇ ਤੇ ਆਪਣੇ ਵੱਲੋਂ ਜਿੰਨੀ ਉਹਨਾਂ ਦੀ ਮਦਦ ਕਰ ਸਕਦੀ ਸੀ ਉਹ ਕਰ ਦਿੱਤੀ। ਉਸ ਦਿਨ ਤੋਂ ਬਾਅਦ ਸ਼ਾਲਿਨੀ ਕਦੇ ਸਾਡੇ ਘਰ ਪੈਸੇ ਮੰਗਣ ਨਹੀਂ ਆਈ ਤੇ ਮੈਂ ਬਹੁਤ ਰਾਹਤ ਮਹਿਸੂਸ ਕੀਤੀ। ਪਰ ਮੈਨੂੰ ਨਹੀਂ ਪਤਾ ਸੀ ਕਿ ਇੱਕ ਦਿਨ ਮੈਨੂੰ ਇਸ ਦੀ ਕੀ ਸਜ਼ਾ ਮਿਲੇਗੀ। ਮੈਂ ਆਪਣੇ ਹੱਥਾਂ ਨਾਲ ਆਪਣੇ ਪੈਰਾਂ ਤੇ ਕੁਹਾੜਾ ਮਾਰ ਲਿਆ ਸੀ। ਰਮੋਲਾ ਉਸ ਸਮੇਂ 16 ਸਾਲਾਂ ਦੀ ਕੁੜੀ ਸੀ। ਉਸਨੇ ਮੇਰੀਆਂ ਸਾਰੀਆਂ ਗੱਲਾਂ ਸੁਣੀਆਂ ਸੀ ਤੇ ਇਸ ਲਈ ਉਸ ਦਿਨ ਤੋਂ ਬਾਅਦ ਉਸਨੇ ਆਪਣੀ ਮਾਂ ਨੂੰ ਕਦੇ ਵੀ ਪੈਸੇ ਲੈਣ ਲਈ ਸਾਡੇ ਘਰ ਨਹੀਂ ਆਉਣ ਦਿੱਤਾ। ਬਹੁਤ ਛੋਟੀ ਉਮਰ ਵਿੱਚ ਉਹ ਸਮਝਦਾਰ ਹੋ ਗਈ ਸੀ ਕਿਉਂਕਿ ਉਸ ਦੇ ਸਿਰ ਤੇ ਉਸ ਦਾ ਪਿਤਾ ਨਹੀਂ ਸੀ। ਜਦੋਂ ਮੈਂ ਆਪਣੀ ਪਤਨੀ ਨੂੰ ਰਮੋਲਾ ਦੀ ਮਾਂ ਬਾਰੇ ਕੌੜਾ ਬੋਲਿਆ ਸੀ ਤਾਂ ਰਮੋਲਾ ਨੇ ਉਸ ਸਮੇਂ ਆਪ ਸਭ ਕੁਝ ਸੁਣ ਲਿਆ ਸੀ ਤੇ ਮੇਰਾ ਇੱਕ ਇੱਕ ਲਫ਼ਜ਼ ਉਸ ਦੇ ਦਿਮਾਗ ਵਿੱਚ ਵਸ ਗਿਆ ਸੀ। ਉਹ ਮੇਰੇ ਤੋਂ ਐਨੀ ਨਫ਼ਰਤ ਕਰਦੀ ਸੀ ਕਿ ਉਹ ਮੇਰੇ ਤੋਂ ਕਿਸੇ ਵੀ ਕੀਮਤ ਤੇ ਆਪਣਾ ਬਦਲਾ ਲੈਣਾ ਚਾਹੁੰਦੀ ਸੀ। ਰਮੋਲਾ ਆਪਣੀ ਖੂਬਸੂਰਤੀ ਵਿਖਾ ਕੇ ਮੈਨੂੰ ਆਪਣੇ ਵੱਲ ਖਿੱਚ ਰਹੀ ਸੀ ਕਿ ਮੈਂ ਆਪਣੀਆਂ ਹੱਦਾਂ ਪਾਰ ਕਰ ਲਵਾਂ। ਉਹ ਮੇਰੇ ਗੰਦੇ ਇਰਾਦਿਆਂ ਨੂੰ ਚੰਗੀ ਤਰ੍ਹਾਂ ਜਾਣਦੀ ਸੀ ਤੇ ਇਸ ਦਾ ਫਾਇਦਾ ਉਠਾਉਂਦੇ ਹੋਏ ਉਸਨੇ ਆਪਣੇ ਆਪ ਨੂੰ ਮੇਰੇ ਸਾਹਮਣੇ ਪੇਸ਼ ਕਰ ਦਿੱਤਾ। ਜਿਵੇਂ ਹੀ ਰਾਤ ਪਈ ਮੈਂ ਆਪਣੀ ਪਤਨੀ ਦੇ ਦੁੱਧ ਵਾਲੇ ਗਲਾਸ ਵਿੱਚ ਨੀਂਦ ਦੀ ਦਵਾਈ ਪਾ ਦਿੱਤੀ ਕਿਉਂਕਿ ਮੈਂ ਪੂਰੀ ਰਾਤ ਰਮੋਲਾ ਨਾਲ ਬਿਤਾਉਣ ਦਾ ਫੈਸਲਾ ਕਰ ਲਿਆ ਸੀ। ਕੁਝ ਦੇਰ ਬਾਅਦ ਮੇਰੀ ਪਤਨੀ ਗੂੜੀ ਨੀਂਦ ਵਿੱਚ ਸੌਂ ਗਈ ਤੇ ਮੈਂ ਰਮੋਲਾ ਦੇ ਕਮਰੇ ਵਿੱਚ ਚਲਾ ਗਿਆ।
ਮੈਨੂੰ ਦੇਖ ਕੇ ਉਸਦੇ ਚਿਹਰੇ ਤੇ ਮੁਸਕਾਨ ਆ ਗਈ। ਜਿਵੇਂ ਮੈਂ ਉਸਦੇ ਹੋਰ ਨੇੜੇ ਗਿਆ, ਉਹ 2 ਕਦਮ ਪਿੱਛੇ ਹਟ ਗਈ। ਮੈਂ ਆਪਣੀ ਸੀਮਾ ਪਾਰ ਕਰਕੇ ਅੱਗੇ ਵਧਣ ਲੱਗਾ ਤੇ ਉਹ ਆਪਣੇ ਆਪ ਨੂੰ ਬਚਾਉਣ ਲਈ ਮਿੰਨਤਾਂ ਤਰਲੇ ਕਰਨ ਲੱਗੀ, ਹੱਥ ਪੈਰ ਮਾਰਨ ਲੱਗ ਪਈ ਤੇ ਜਿਵੇਂ ਕਿ ਉਹ ਆਪਣੇ ਆਪ ਨੂੰ ਮੇਰੇ ਤੋਂ ਛੁਡਾਉਣ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਮੈਂ ਉਸ ਨੂੰ ਪ੍ਰਾਪਤ ਕਰ ਲਿਆ ਸੀ। ਜਦੋਂ ਮੈਂ ਉਸਦੇ ਕਮਰੇ ਤੋਂ ਬਾਹਰ ਜਾਣ ਲੱਗਾ ਤਾਂ ਰਮੋਲਾ ਨੇ ਸਾਈਡ ਟੇਬਲ ਤੇ ਪਿਆ ਮੋਬਾਈਲ ਚੁੱਕ ਕੇ ਮੇਰੇ ਵੱਲ ਵਧਾਇਆ ਤੇ ਇਹ ਦੇਖ ਕੇ ਮੈਂ ਦੰਗ ਰਹਿ ਗਿਆ ਸੀ। ਉਸਨੇ ਮੇਰੀ ਪੂਰੀ ਵੀਡੀਓ ਉਸ ਮੋਬਾਈਲ ਵਿੱਚ ਬਣਾ ਲਈ ਸੀ, ਜਿਸ ਵਿੱਚ ਇੰਜ ਲੱਗ ਰਿਹਾ ਸੀ ਜਿਵੇਂ ਮੈਂ ਉਸ ਨਾਲ ਜ਼ਬਰਦਸਤੀ ਕਰ ਰਿਹਾ ਹੋਵਾਂ। ਰਮੋਲਾ ਜਿਸ ਸਟਾਈਲ ਨਾਲ ਧੱਕੇ ਮਾਰ ਰਹੀ ਸੀ, ਇੰਜ ਲੱਗ ਰਿਹਾ ਸੀ ਜਿਵੇਂ ਉਹ ਆਪਣੇ ਆਪ ਨੂੰ ਮੇਰੇ ਤੋਂ ਛੁਡਵਾਉਣ ਦੀ ਅਸਫਲ ਕੋਸ਼ਿਸ਼ ਕਰ ਰਹੀ ਹੋਵੇ। ਮੈਂ ਹੈਰਾਨੀ ਨਾਲ ਰਮੋਲਾ ਵੱਲ ਦੇਖਿਆ ਤਾਂ ਉਹ ਮੁਸਕਰਾ ਕੇ ਕਹਿਣ ਲੱਗੀ, ਇਹ ਵੀਡੀਓ ਇਸ ਮੋਬਾਈਲ ਵਿੱਚ ਹੀ ਨਹੀਂ ਹੈ, ਅਸਲ ਵਿੱਚ ਉਸ ਦੀ ਮਾਂ ਦੇ ਮੋਬਾਈਲ ਫੋਨ ਵਿੱਚ ਵੀ ਪਹੁੰਚ ਗਈ ਹੈ ਤੇ ਹੁਣ ਜੇ ਮੈਂ ਆਪਣੀ ਪਤਨੀ ਦੇ ਸਾਹਮਣੇ ਆਪਣੀ ਇੱਜ਼ਤ ਬਰਕਰਾਰ ਰੱਖਣਾ ਚਾਹੁੰਦਾ ਹਾਂ ਤਾਂ ਮੈਂ ਉਹਨਾਂ ਦੀ ਮਦਦ ਆਪ ਹੀ ਕਰਾਂਗਾ। ਰਮੋਲਾ ਬੜੀ ਨਫ਼ਰਤ ਨਾਲ ਕਹਿ ਰਹੀ ਸੀ ਕਿ ਇੱਕ ਅਨਾਥ ਕੁੜੀ ਦੀ ਮਦਦ ਕਰਨ ਵਿੱਚ ਤੁਹਾਡੀ ਬੜੀ ਜਾਨ ਨਿਕਲ ਰਹੀ ਸੀ ਤੇ ਪਰ ਤੁਸੀਂ ਇੱਕ ਅਨਾਥ ਕੁੜੀ ਨੂੰ ਪ੍ਰਾਪਤ ਕਰਨਾ ਚਾਹੁੰਦੇ ਹੋ। ਰਮੋਲਾ ਦੀਆਂ ਗੱਲਾਂ ਸੁਣ ਕੇ ਮੈਂ ਦੰਗ ਰਹਿ ਗਿਆ ਕਿ ਉਹ ਕਿਸੇ ਸਾਜ਼ਿਸ਼ ਨਾਲ ਇਸ ਘਰ ਵਿੱਚ ਆਈ ਸੀ। ਮੈਂ ਇਹ ਸੁਣ ਕੇ ਹੈਰਾਨ ਰਹਿ ਗਿਆ ਕਿ ਰਮੋਲਾ ਕਹਿ ਰਹੀ ਸੀ ਕਿ ਕੋਈ ਵੀ ਔਰਤ ਖੁਸ਼ੀ ਨਾਲ ਆਪਣੇ ਜਿਸਮ ਦਾ ਸੌਦਾ ਨਹੀਂ ਕਰਦੀ, ਬਲਕਿ ਉਸਦੇ ਹਾਲਾਤ ਉਸ ਨੂੰ ਇਹ ਕਰਨ ਦੇ ਲਈ ਮਜਬੂਰ ਕਰ ਦਿੰਦੇ ਹਨ। ਰਮੋਲਾ ਕਹਿਣ ਲੱਗੀ, ਜਦੋਂ ਉਸਦੇ ਘਰ ਕੁਝ ਖਾਣ ਨੂੰ ਨਹੀਂ ਸੀ ਤੇ ਅਸੀਂ ਸਿਰਫ ਇੱਕ ਸਮੇਂ ਦੇ ਖਾਣੇ ਲਈ ਤਰਸ ਰਹੇ ਸੀ ਤਾਂ ਉਦੋਂ ਮੈਂ ਉਹਨਾਂ ਦੀ ਮਦਦ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ, ਜਦੋਂ ਕਿ ਮੇਰੇ ਕੋਲ ਪੈਸੇ ਦੀ ਕੋਈ ਕਮੀ ਨਹੀਂ ਸੀ। ਉਹ ਕਹਿਣ ਲੱਗੀ ਕਿ ਜਦੋਂ ਤੈਨੂੰ ਮੇਰਾ ਜਿਸਮ ਚਾਹੀਦਾ ਸੀ ਉਦੋਂ ਤੁਸੀਂ ਆਪਣੇ ਪੈਸੇ ਮੇਰੇ ਤੇ ਪਾਣੀ ਵਾਂਗ ਖਰਚਣ ਲਈ ਰਾਜ਼ੀ ਹੋ ਗਏ ਸੀ। ਹੁਣ ਤੁਸੀਂ ਕੀ ਕਰਨਾ ਹੈ ਇਹ ਸੁਣ ਲਵੋ। ਹੁਣ ਤੁਸੀਂ ਹਰ ਮਹੀਨੇ ਮੇਰੇ ਘਰ ਦਾ ਖਰਚਾ ਪੂਰਾ ਕਰੋਗੇ, ਨਹੀਂ ਤਾਂ ਮੈਂ ਇਹ ਵੀਡੀਓ ਤੁਹਾਡੀ ਪਤਨੀ ਨੂੰ ਵਿਖਾ ਦੇਵਾਂਗੀ ਤੇ ਮੈਂ ਤੁਹਾਡੇ ਖਿਲਾਫ ਬਲਾਤਕਾਰ ਦਾ ਕੇਸ ਦਰਜ ਵੀ ਕਰਾ ਦੇਵਾਂਗੀ। ਰਮੋਲਾ ਦੀਆਂ ਗੱਲਾਂ ਸੁਣ ਕੇ ਮੇਰੀ ਲਗਭਗ ਜਾਨ ਹੀ ਨਿਕਲ ਗਈ, ਕਿਉਂਕਿ ਮੈਂ ਸੋਚ ਵੀ ਨਹੀਂ ਸਕਦਾ ਸੀ ਕਿ ਮੇਰੀ ਪਤਨੀ ਨੂੰ ਕਦੇ ਇਸ ਗੱਲ ਦਾ ਪਤਾ ਲੱਗੇ। ਮੈਂ ਰਮੋਲਾ ਨੂੰ ਕਹਿ ਦਿੱਤਾ ਕਿ ਮੈਂ ਹਰ ਮਹੀਨੇ ਤੁਹਾਡਾ ਪੂਰਾ ਸਹਿਯੋਗ ਕਰਾਂਗਾ, ਪਰ ਰਮੋਲਾ ਨੇ ਮੇਰੇ ਸਾਹਮਣੇ ਇੱਕ ਹੋਰ ਸ਼ਰਤ ਰੱਖ ਦਿੱਤੀ ਜਿਸ ਨੇ ਮੇਰੇ ਦਿਮਾਗ ਨੂੰ ਪੂਰੀ ਤਰ੍ਹਾਂ ਸੁੰਨ ਕਰ ਦਿੱਤਾ। ਉਸਨੇ ਕਿਹਾ ਕਿ ਮੇਰਾ ਦੂਜਾ ਫਲੈਟ ਉਸਦੇ ਨਾਂ ਤੇ ਕਰਨਾ ਪਵੇਗਾ। ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ, ਪਰ ਮੈਂ ਲੜਖਦੇ ਕਦਮਾਂ ਨਾਲ ਆਪਣੇ ਕਮਰੇ ਵਿੱਚ ਚਲਾ ਗਿਆ। ਅਗਲੀ ਸਵੇਰੇ ਰਮੋਲਾ ਦੀ ਮਾਂ ਆਈ ਤੇ ਉਸ ਨੂੰ ਆਪਣੇ ਨਾਲ ਲਿਜਾਣ ਲੱਗੀ, ਪਰ ਰਮੋਲਾ ਮੇਰੇ ਕੋਲ ਆਈ ਤੇ ਦੁਬਾਰਾ ਧਮਕੀ ਦਿੰਦੇ ਬੋਲੀ ਕਿ ਹੁਣ ਤੋਂ ਉਸਦੇ ਸਾਰੇ ਖਰਚੇ ਮੈਨੂੰ ਚੱਲਣੇ ਪੈਣਗੇ ਤੇ ਜੇਕਰ ਮੈਂ ਇੱਕ ਹਫ਼ਤੇ ਦੇ ਅੰਦਰ ਉਸਦੇ ਨਾਂ ਤੇ ਫਲੈਟ ਨਾ ਕੀਤਾ ਤਾਂ ਉਹ ਮੇਰੇ ਦੁਆਰਾ ਕੀਤੀ ਗਲਤੀ ਦਾ ਪੂਰੀ ਤਰ੍ਹਾਂ ਪਰਦਾਫਾਸ਼ ਕਰ ਦੇਵੇਗੀ। ਮੈਂ ਰਮੋਲਾ ਦੀ ਗੱਲ ਮੰਨਣ ਲਈ ਮਜਬੂਰ ਹੋ ਗਿਆ ਸੀ। ਮੈਂ ਕੁਝ ਦਿਨਾਂ ਬਾਅਦ ਹੀ ਉਸਦੇ ਨਾਂ ਤੇ ਫਲੈਟ ਕਰ ਦਿੱਤਾ। ਜਿਸ ਕੁੜੀ ਨੂੰ ਮੈਂ ਬਹੁਤ ਹੀ ਸਧਾਰਨ, ਭੋਲੀ ਭਾਲੀ ਤੇ ਸਾਊ ਕੁੜੀ ਸਮਝਦਾ ਸੀ ਤੇ ਇੱਕ ਅਨਾਥ ਕੁੜੀ ਸਮਝ ਕੇ ਆਪਣੇ ਜਜ਼ਬਾਤਾਂ ਦੀਆਂ ਹੱਦਾਂ ਪਾਰ ਕਰ ਗਿਆ ਸੀ, ਉਹ ਤਾਂ ਬਹੁਤ ਚਲਾਕ ਨਿਕਲੀ ਸੀ। ਜਦੋਂ ਅੱਜ ਦੇ ਸਮੇਂ ਵਿੱਚ ਸਾਡੇ ਵਰਗੇ ਲੋਕ ਰਮੋਲਾ ਵਰਗੀਆਂ ਅਨਾਥ ਤੇ ਗਰੀਬ ਕੁੜੀਆਂ ਦੀ ਸਹਾਇਤਾ ਨਹੀਂ ਕਰਦੇ ਤੇ ਉਹਨਾਂ ਦੀ ਮਦਦ ਕਰਨ ਲਈ ਅੱਗੇ ਨਹੀਂ ਆਉਂਦੇ ਤਾਂ ਉਹ ਆਪਣੇ ਆਪ ਹੀ ਇਸ ਤਰ੍ਹਾਂ ਬਣ ਜਾਂਦੀਆਂ ਹਨ। ਇਹ ਵੀ ਨਹੀਂ, ਸਾਡੇ ਵਰਗੇ ਮਰਦ ਤਾਂ ਉਹਨਾਂ ਨੂੰ ਮਜਬੂਰ ਵੀ ਬਣਾ ਦਿੰਦੇ ਹਨ। ਰਮੋਲਾ ਵੀ ਆਪਣੇ ਆਪ ਨੂੰ ਮਜਬੂਰ ਹੋ ਕੇ ਵਰਤਿਆ ਸੀ ਤੇ ਇਸ ਵਿੱਚ ਉਸ ਮਾਸੂਮ ਕੁੜੀ ਦਾ ਕੋਈ ਕਸੂਰ ਨਹੀਂ ਸੀ। ਉਹ ਆਪਣੀਆਂ ਤਕਲੀਫਾਂ ਤੋਂ ਮਜਬੂਰ ਹੋ ਕੇ ਇਸ ਥਾਂ ਤੇ ਪਹੁੰਚੀ ਸੀ ਜਿੱਥੇ ਉਸਨੇ ਆਪਣੇ ਆਪ ਨੂੰ ਵਰਤਣ ਤੋਂ ਵੀ ਗੁਰੇਜ਼ ਨਹੀਂ ਕੀਤਾ। ਮੈਂ ਇੱਕ ਅਨਾਥ ਬੱਚੀ ਨੂੰ 2 ਵਕਤ ਦੀ ਰੋਟੀ ਦੇਣ ਤੋਂ ਤਾਂ ਕੰਨੀ ਕਤਰਾਉਂਦਾ ਸੀ ਤੇ ਹੁਣ ਮੈਂ ਉਸਦੇ ਘਰ ਦਾ ਸਾਰਾ ਖਰਚਾ ਚੁੱਕਣ ਲਈ ਮਜਬੂਰ ਸੀ। ਰਮੋਲਾ ਵਰਗੀਆਂ ਕਿੰਨੀਆਂ ਬੇਵਸ ਹਨ ਜਿਨ੍ਹਾਂ ਨੂੰ ਇੱਕ ਵਕਤ ਦੀ ਰੋਟੀ ਕਮਾਉਣ ਲਈ ਆਪਣੇ ਆਪ ਨੂੰ ਵਰਤਣਾ ਪੈਂਦਾ ਹੈ, ਕਿਉਂਕਿ ਉਹਨਾਂ ਨੂੰ ਇੱਕ ਵਕਤ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ ਹੈ। ਮੈਂ ਰਮੋਲਾ ਨਾਲ ਜੋ ਕੀਤਾ ਉਹ ਬਹੁਤ ਵੱਡਾ ਗੁਨਾਹ ਸੀ ਤੇ ਮੈਨੂੰ ਸਾਰੀ ਉਮਰ ਇਸ ਗੱਲ ਦਾ ਪਛਤਾਵਾ ਰਹਿਣਾ ਸੀ। ਮੈਂ ਕਈ ਵਾਰ ਝਿਜਕਿਆ ਤੇ ਆਪਣੇ ਰੱਬ ਅੱਗੇ ਆਪਣੇ ਗੁਨਾਹਾਂ ਦੀ ਮਾਫੀ ਮੰਗਦਾ ਸੀ। ਉਸ ਦਿਨ ਤੋਂ ਬਾਅਦ ਜਦੋਂ ਵੀ ਮੈਂ ਰਮੋਲਾ ਨੂੰ ਦੇਖਦਾ ਤਾਂ ਅੱਖਾਂ ਨੀਵੀਆਂ ਕਰ ਲੈਂਦਾ, ਕਿਉਂਕਿ ਮੈਨੂੰ ਪਤਾ ਲੱਗ ਗਿਆ ਸੀ ਕਿ ਉਹ ਮੇਰੇ ਲਾਇਕ ਨਹੀਂ ਹੈ।
ਜਿਸ ਨੂੰ ਮੈਂ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਸੀ। ਸਾਨੂੰ ਤਾਂ ਅਨਾਥ ਬੱਚਿਆਂ ਦੀ ਦੇਖਭਾਲ ਕਰਨੀ ਚਾਹੀਦੀ ਹੈ ਤੇ ਉਹਨਾਂ ਨਾਲ ਹਮਦਰਦੀ ਹੋਣੀ ਚਾਹੀਦੀ ਹੈ। ਦੋਸਤੋ, ਕਹਾਣੀ ਵਧੀਆ ਲੱਗੇ ਤਾਂ ਲਾਈਕ, ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਜੀ। ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜੀ। ਧੰਨਵਾਦ ਜੀ ਸਾਰਿਆਂ ਦਾ।